Hello everyone, welcome to Victor's Knowledge. This is Chiru Sharma, and today we are going to take up a very important topic for all upcoming exams. So आज का अपना topic है places in news. Also, before beginning, I want to share something important with you guys. So as you all know that I have launched a special crash course for Naib Tehsildar exam. So ਜਿਹੜਾ crash course ਹੈ ਜਿਹੜੇ students last 20 days ਦੇ ਵਿੱਚ proper revision ਕਰਨਾ ਚਾਹੁੰਦੇ ਨੇ important concepts ਦੀ ਉਹਨਾਂ ਦੇ ਲਈ ਕਾਫੀ ਜ਼ਿਆਦਾ helpful ਹੈ। ਸੋ ਇਹਦੇ ਅੰਦਰ ਤੁਹਾਨੂੰ ਵੀਡੀਓ ਕੋਰਸ ਮਿਲ ਰਿਹਾ ਹੈ, ਪ੍ਰੋਪਰ ਜੀਐਸ ਦੇ ਨੋਟਸ ਮਿਲ ਰਹੇ ਨੇ, ਐਮਸੀਕਿਊਜ਼, ਦੈਨ ਮੌਕ ਟੈਸਟ, ਕਰੰਟ ਅਫੇਅਰ। ਬਾਕੀ ਤੁਸੀਂ ਇਹਨਾਂ ਦੇ ਵਿੱਚੋਂ ਪਾਰਟਿਕੂਲਰਲੀ ਜੇ ਸਿਰਫ ਮੌਕ ਟੈਸਟ ਜਾਂ ਕੱਲੇ ਕਰੰਟ ਅਫੇਅਰ ਜਾਂ ਫਿਰ ਕੱਲਾ ਵੀਡੀਓ ਕੋਰਸ ਔਰ ਜੀਐਸ ਨੋਟਸ ਖਰੀਦਨੇ ਨੇ ਉਹ ਵੀ ਖਰੀਦ ਸਕਦੇ ਹੋ। So to buy any of the above thing, you can send email on legalvictor02896@gmail.com. So starting with ਸਭ ਤੋਂ ਪਹਿਲੀ important place ਜਿਹੜੀ ਨਿਊਜ਼ ਵਿੱਚ ਸੀਗੀ ਉਹ ਸੀ ਕੋਨਾਰਕ ਸਨ ਟੈਂਪਲ। ਸੋ ਓਡੀਸ਼ਾ ਦਾ ਕੋਨਾਰਕ ਸਨ ਟੈਂਪਲ ਹੈ ਜਿਹੜਾ ਇਹ ਪਹਿਲਾ ਮਾਡਲ ਟਾਊਨ ਹੋਊਗਾ ਓਡੀਸ਼ਾ ਦੇ ਵਿੱਚ ਜਿਹੜਾ ਪੂਰੀ ਤਰ੍ਹਾਂ ਬਿਜਲੀ ਜਿਹੜੀ ਗ੍ਰਿਡ ਡਿਪੈਂਡੈਂਸੀ ਵਾਲੀ ਬਿਜਲੀ ਸੀ ਉਹਦੇ ਤੋਂ ਗ੍ਰੀਨ એનર્ਜੀ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਸੋ ਪੂਰੀ ਤਰ੍ਹਾਂ ਜਿਹੜਾ ਇਹ ਸਨ ਟੈਂਪਲ ਹੈ ਉਹ ਸੋਲਰ એનર્ਜੀ ਉੱਤੇ ਰਨ ਕਰੂਗਾ। The Odisha government has planned to run the Sun Temple completely on solar energy. So this is very important fact. So ਹੁਣ ਆਪਾਂ static GK ਦੇ ਅੰਦਰ ਵੀ Sun Konark Temple ਬਾਰੇ ਆਪਾਂ ਦੇਖ ਲੈਂਦੇ ਆ ਕਿ ਇਹਦੇ ਬਾਰੇ ਕੀ important ਚੀਜ਼ਾਂ ਐਗਜ਼ਾਮ 'ਚ ਆ ਸਕਦੀਆਂ ਨੇ। ਸੋ 13ਵੀਂ ਸੈਂਚੁਰੀ ਦੇ ਵਿੱਚ Sun Temple ਨੂੰ ਤਿਆਰ ਕੀਤਾ ਸੀਗਾ। Konark, the place bears a name composed of two world elements. ਕੋਨਾ ਦਾ ਮਤਲਬ ਹੁੰਦਾ ਹੈ corner, ਅਰਕਾ ਦਾ ਮਤਲਬ ਹੁੰਦਾ ਹੈ sun. Sun god worshipped in Ark Kshetra is also known as Konark. So इस चीज तो इस टेंपल ਦਾ ਨਾਮ ਪਿਆ। ਸਭ ਤੋਂ ਇੰਪੋਰਟੈਂਟ ਕੁਐਸਚਨ ਜੋ ਬਾਰ-ਬਾਰ ਪੇਪਰਾਂ 'ਚ ਪੁੱਛਿਆ ਜਾਂਦਾ ਕਿ ਕਿਹੜੇ ਕਿੰਗ ਤੇ ਕਿਹੜੀ ਡਾਇਨੈਸਟੀ ਨੂੰ ਬਿਲੋਂਗ ਕਰਦੇ ਸੀ ਜਿਨ੍ਹਾਂ ਨੂੰ ਇਹ ਟੈਂਪਲ ਐਟਰੀਬਿਊਟ ਕੀਤਾ ਜਾਂਦਾ। ਸੋ ਉਹ ਸੀ ਨਰਸਿਮਾ ਦੇਵ 1। ਸੋ ਇਹ 1 ਵੀ ਤੁਸੀਂ ਯਾਦ ਰੱਖਣਾ ਹੈ ਤੇ ਇਹ ਬਿਲੋਂਗ ਕਰਦੇ ਸੀ ਈਸਟਰਨ ਗੰਗਾ ਡਾਇਨੈਸਟੀ ਚੋਂ 1250 CE। ਤੇ ਜਿਹੜਾ ਇਹ ਟੈਂਪਲ ਹੈ ਇਹ ਹਿੰਦੂ ਸਨ ਗॉड ਸੂਰਿਆ ਨੂੰ ਡੈਡੀਕੇਟਡ ਹੈ, ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਤੇ ਇਸ ਟੈਂਪਲ ਨੂੰ ਬਲੈਕ ਪਗੋੜਾ ਵੀ ਕਿਹਾ ਜਾਂਦਾ ਹੈ। ਕਾਫੀ ਵਾਰੀ ਐਗਜ਼ਾਮ ਚ ਆਉਂਦਾ which of the following temples is known as black pagoda? So the answer would be Konark Sun Temple. Next ਜਿਹੜੀ important place ਨਿਊਜ਼ ਵਿੱਚ ਸੀ ਉਹ ਸੀ ਰਜ਼ਾਜ਼ਾ ਲੇਕ। ਰਜ਼ਾਜ਼ਾ ਲੇਕ ਹੈ ਇਰਾਕ ਦੀ ਦੂਜੀ ਸਭ ਤੋਂ ਵੱਡੀ ਲੇਕ ਤੇ ਇਹ ਸੁੱਕ ਰਹੀ ਹੈ ਇਸੇ ਲਈ ਨਿਊਜ਼ ਵਿੱਚ ਸੀ। ਸੋ ਇੱਕ ਸਮਾਂ ਇਹ ਜਿਹਾ ਸੀ ਜਦੋਂ ਇਹ ਮੇਨ ਟੂਰਿਸਟ ਅਟਰੈਕਸ਼ਨ ਹੁੰਦੀ ਸੀ। ਇਹਦੀ ਸੀਨਰੀ ਬਹੁਤ ਜ਼ਿਆਦਾ ਬਿਊਟੀਫੁਲ ਹੈ, ਉਰੇ ਕਾਫੀ ਜ਼ਿਆਦਾ ਲੋਕਲ ਫਿਸ਼ਿਸ ਪਾਈਆਂ ਜਾਂਦੀਆਂ ਸੀ ਪਰ ਹੁਣ ਡੈਡ ਫਿਸ਼ ਲਿਟਰ ਇਟਸ ਸ਼ੋਰ ਐਂਡ ਵਨਸ fertile land around it have turned into barren desert. So ਇਸ ਲੇਕ ਦੇ ਅੰਦਰ ਪੂਰੀ ਤਰ੍ਹਾਂ ਜਿਹੜਾ ਪਾਣੀ ਹੈ ਉਹ ਵੀ ਡਰਾਈ ਹੋ ਚੁੱਕਿਆ ਹੈ। ਇਹਦੇ ਆਲੇ ਦੁਆਲੇ ਵਾਲਾ ਜਿਹੜਾ ਫਰਟਾਈਲ ਬਹੁਤ ਵਧੀਆ ਉਪਜਾਊ ਲੈਂਡ ਹੁੰਦਾ ਸੀ ਉਹ ਵੀ ਹੁਣ ਬੰਜਰ ਡੈਜ਼ਰਟ ਬਣ ਗਿਆ। ਸੋ ਇਸ ਲੇਕ ਦੇ ਬਾਰੇ ਆਪਾਂ ਹੋਰ ਇੰਪੋਰਟੈਂਟ ਫੈਕਟਸ ਦੇਖ ਲੈਂਦੇ ਆ। ਇਸ ਲੇਕ ਨੂੰ ਹੋਰ ਅਰੈਬਿਕ ਕਿਹਾ ਜਾਂਦਾ ਹੈ ਸਾਲਟ ਲੇਕ, ਦੈਨ ਲੇਕ ਮਿਲਹਾ is located between Arak's governorates of Anbar ਤੇ Karbala। ਇਹ ਕਿੱਥੇ ਪਾਈ ਜਾਂਦੀ ਹੈ ਇਹਦੀ ਲੋਕੇਸ਼ਨ ਵੀ ਇੰਪੋਰਟੈਂਟ ਹੈ। then it's the second largest lake in Iraq। ਇਰਾਕ ਦੀ ਇਹ ਦੂਜੀ ਸਭ ਤੋਂ ਵੱਡੀ ਲੇਕ ਹੈ and is part of Wide Valley ਜਿਹਦੇ ਅੰਦਰ ਹਬਾਨੀਆ, ਥਾਰਥਰ, ਬਾਹਰ ਅਲ ਨਜ਼ਫ ਇਹ ਤਿੰਨ ਇੰਪੋਰਟੈਂਟ ਲੇਕਸ ਪਾਈਆਂ ਜਾਂਦੀਆਂ ਨੇ। ਜਿਹੜੀ ਰਜ਼ਾਜ਼ਾ ਲੇਕ ਹੈ ਇਹ ਰੀਸੈਂਟਲੀ ਸ਼ਿਕਾਰ ਹੋਈ ਹੈ ਪਾਣੀ ਦੇ ਕ੍ਰਾਈਸਿਸ ਜਿਹੜਾ ਇਰਾਕ ਵਿੱਚ ਹੋਇਆ ਸੀ ਤੇ ਇਹਨੂੰ ਕਿਹਾ ਜਾਂਦਾ ਹੈ ਲੈਂਡ ਬਿਟਵੀਨ ਟੂ ਰਿਵਰਸ। ਦਿਸ ਇਜ਼ ਵੈਰੀ ਇੰਪੋਰਟੈਂਟ ਤੇ ਉਹ ਦੋ ਰਿਵਰਸ ਨੇ ਟਿਗਰਿਸ ਤੇ ਯੂਫਰੇਟ। ਇਹ ਵੀ ਕੁਐਸਚਨ ਕਾਫੀ ਵਾਰੀ ਐਗਜ਼ਾਮ ਚ ਆਇਆ ਹੈ, ਇਹ ਯੂਪੀਐਸਸੀ ਦੇ ਵਿੱਚ ਵੀ ਇਸ ਦੇ ਨਾਲ ਰਿਲੇਟਡ ਕੁਐਸਚਨ ਪੁੱਛਿਆ ਗਿਆ ਸੀ। ਸੋ ਇਹ ਪੀਪੀਐਸਸੀ ਮੈਂ ਤੁਹਾਨੂੰ ਬਾਰ-ਬਾਰ ਰਿਪੀਟ ਕਰਦੀ ਹਾਂ ਕਿ ਇੱਕ ਟ੍ਰੈਂਡ ਹੈ ਜ਼ਿਆਦਾਤਰ ਕੁਐਸਚਨ ਯੂਪੀਐਸਸੀ ਬੇਸਡ ਪਾਉਂਦਾ ਸੋ ਥੋੜਾ ਸਿੰਪਲੀਫਾਈ ਕਰ ਦਿੰਦੇ ਆ। ਜਿਵੇਂ ਯੂਪੀਐਸਸੀ ਦੇ ਵਿੱਚ ਕੋਈ ਸਟੇਟਮੈਂਟ ਬੇਸਡ ਦੋ ਕੁਐਸਚਨ ਆ ਗਏ ਤਾਂ ਉਹਦੇ ਚੋਂ ਇੱਕ ਸਟੇਟਮੈਂਟ ਦੇ ਉੱਤੇ ਕੁਐਸਚਨ ਬਣਾ ਕੇ ਪੀਪੀਐਸਸੀ ਪਾ ਦੂਗੀ। ਸੋ ਜੋ ਵੀ ਇੰਪੋਰਟੈਂਟ ਪ੍ਰੀਵੀਅਸ ਈਅਰ ਕੁਐਸਚਨ ਆ ਚੁੱਕੇ ਹੁੰਦੇ ਨੇ ਸਪੈਸ਼ਲੀ ਕਰੰਟ ਅਫੇਅਰ ਚੋਂ ਉਹ ਵੀ ਤੁਸੀਂ ਜ਼ਰੂਰ ਤਿਆਰ ਕਰਨੇ ਨੇ। ਸੋ ਉਰੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਲੈਂਡ ਬਿਟਵੀਨ ਟੂ ਰਿਵਰਸ ਕਿਹਨੂੰ ਕਿਹਾ ਜਾਂਦਾ, ਰਜ਼ਾਜ਼ਾ ਲੇਕ, ਟਿਗਰਿਸ ਤੇ ਯੂਫਰੇਟ ਉਹ ਦੋ ਰਿਵਰਸ ਨੇ। ਉਸ ਤੋਂ ਬਾਅਦ ਜਿਹੜੀ ਜਗ੍ਹਾ ਨਿਊਜ਼ ਵਿੱਚ ਸੀ ਪਲੇਸ ਇਨ ਨਿਊਜ਼ ਦੈਟ ਵਾਸ ਚੰਬਾ ਡਿਸਟ੍ਰਿਕਟ ਹਿਮਾਚਲ ਪ੍ਰਦੇਸ਼ ਦੀ। ਚੰਬਾ ਡਿਸਟ੍ਰਿਕਟ 100ਵੀਂ ਹਰ ਘਰ ਜਲ ਡਿਸਟ੍ਰਿਕਟ ਬਣੀ ਹੈ
जल जीवन मिशन ने सिग्निफिकेंट माइलस्टोन अचीव कर लिया है। देश के अंदर 100 ਜ਼ਿਲ੍ਹਿਆਂ ਨੂੰ पूरी तरह टैप वाटर प्रोवाइड करवाया जा रहा है। सो जी 100th डिस्ट्रिक्ट 100 ਜ਼ਿਲ੍ਹਾ ਬਣਿਆ इस स्कीम के अंदर वो है चंबा डिस्ट्रिक्ट हिमाचल प्रदेश का। So Chamba in Himachal Pradesh has become 100th Har Ghar Jal district, the 5th aspirational district to be covered under this initiative. Past 2.5 year Jal Jeevan Mission has provided water supply to more than 5.78 crore rural household. So ਇੰਨੇ ਪਿੰਡੂ ਖੇਤਰਾਂ ਦੇ ਵਿੱਚ ਘਰਾਂ ਨੂੰ ਟੈਪ ਨਲ ਦੇ ਨਾਲ ਜਿਹੜਾ ਪਾਣੀ ਪ੍ਰੋਵਾਈਡ ਕਰਵਾ ਰਹੀ ਹੈ ਮਿਸ਼ਨ 5.78 ਕਰੋੜ ਨੂੰ ਪਿਛਲੇ 2.5 ਸਾਲਾਂ ਦੇ ਅੰਦਰ। ਜਿਹੜਾ ਇਹ ਮਿਸ਼ਨ ਹੈ ਇਹਦਾ ਇੱਕ ਮੇਨ ਏਮ ਆ ਤੇ ਜਿਹੜਾ ਟਾਰਗੇਟ ਈਅਰ ਆ ਇਹ ਵੀ ਬਹੁਤ ਵਾਰੀ ਐਗਜ਼ਾਮ 'ਚ ਡਾਇਰੈਕਟਲੀ ਪੁੱਛਿਆ ਜਾਂਦਾ। ਸੋ ਹਰ ਘਰ ਨੂੰ ਹਰ ਰੂਰਲ ਹਾਊਸਹੋਲਡ ਨੂੰ ਬੇਸਿਕਲੀ ਸਾਲ 2024 ਤੱਕ ਟੈਪ ਵਾਟਰ ਪ੍ਰੋਵਾਈਡ ਕਰਵਾਉਣਾ ਇਸ ਜਲ ਜੀਵਨ ਮਿਸ਼ਨ ਦਾ ਮੇਨ ਸਕੀਮ ਹੈ, ਮੇਨ ਏਮ ਹੈ ਜੋ ਤੁਹਾਨੂੰ ਪਤਾ ਹੋਣਾ ਚਾਹੀਦਾ। ਆਲਸੋ ਜੇ ਆਪਾਂ ਲੇਟੈਸਟ ਬਜਟ ਦੀ ਗੱਲ ਕਰੀਏ ਤਾਂ ਸਪੈਸੀਫਿਕਲੀ ਇਸ ਸਕੀਮ ਦੇ ਲਈ ਇਸ ਸਾਲ ਦੇ ਬਜਟ ਦੇ ਅੰਦਰ 60,000 ਕਰੋੜ ਦੀ ਲਾਗਤ ਰੱਖੀ ਗਈ ਹੈ। ਸੋ ਇਹ ਅਮਾਉਂਟ ਵੀ ਤੁਹਾਡੇ ਲਈ ਇੰਪੋਰਟੈਂਟ ਹੈ। ਤੇ ਸਾਲ 2022 ਦੇ ਵਿੱਚ ਕਿਹੜੀਆਂ-ਕਿਹੜੀਆਂ ਸਟੇਟਸ ਨੇ ਜਿਹੜੀਆਂ ਇਸ ਟਾਰਗੇਟ ਨੂੰ ਪਹਿਲਾਂ ਹੀ ਏਮ ਤੋਂ ਟਾਰਗੇਟ ਈਅਰ ਤੋਂ 2 ਸਾਲ ਪਹਿਲਾਂ ਹੀ ਆਲਮੋਸਟ ਅਚੀਵ ਕਰਨ ਜਾ ਰਹੇ ਨੇ। ਉਹਦੇ ਚ ਨੰਬਰ 1 ਤੇ ਹੈ ਜਿੱਥੋਂ ਦੇ ਰੂਰਲ ਹਾਊਸਹੋਲਡਸ, ਜਿਹੜੀ ਸਟੇਟ ਦੇ ਰੂਰਲ ਹਾਊਸਹੋਲਡਸ ਦੇ ਕੋਲ ਸਭ ਤੋਂ ਜ਼ਿਆਦਾ ਟੈਪ ਵਾਟਰ ਹੈ, ਆਲਮੋਸਟ ਹਰ ਘਰ ਦੇ ਅੰਦਰ ਟੈਪ ਵਾਟਰ ਹੈ, ਉਹਦੇ ਚ ਨੰਬਰ 1 ਤੇ ਹੈ ਪੰਜਾਬ। 99% ਰੂਰਲ ਹਾਊਸਹੋਲਡ ਨੂੰ ਟੈਪ ਵਾਟਰ ਸਪਲਾਈ ਮਿਲ ਰਹੀ ਹੈ। ਉਸ ਤੋਂ ਬਾਅਦ ਹੈ ਹਿਮਾਚਲ ਨੰਬਰ 2 ਤੇ, ਨੰਬਰ 3 ਤੇ ਗੁਜਰਾਤ, ਨੰਬਰ 4 ਤੇ ਬਿਹਾਰ। नेक्स्ट इंपॉर्टेंट प्लेस है अटल टनल। अटल टनल ने रीसेंटली वर्ल्ड बुक ऑफ रिकॉर्ड्स ਦੇ ਵਿੱਚ ਆਪਣਾ ਰਿਕਾਰਡ ਦਰਜ ਕੀਤਾ ਹੈ। ਸੋ ਰੀਸੈਂਟਲੀ ਅਟਲ ਟਨਲ ਹੈਜ਼ ਆਫੀਸ਼ੀਅਲੀ ਬੀਨ ਸਰਟੀਫਾਈਡ ਬਾਈ ਵਰਲਡ ਬੁੱਕ ਆਫ ਰਿਕਾਰਡ। ਤੇ ਕਿਸ ਚੀਜ਼ ਲਈ ਇਹ ਰਿਕਾਰਡ ਦਰਜ ਹੋਇਆ ਹੈ? ਐਜ਼ ਵਰਲਡਸ ਲੌਂਗੇਸਟ ਹਾਈਵੇ ਟਨਲ। 10,000 ਫੀਟ ਤੋਂ ਉਚਾਈ ਦੇ ਉੱਤੇ ਸਭ ਤੋਂ ਲੰਬੀ ਹਾਈਵੇ ਟਨਲ ਹੈ ਅਟਲ ਟਨਲ during a landmark ceremony in New Delhi. Length ਕਿੰਨੀ ਹੈ? Length directly exam 'ਚ ਆ ਸਕਦੀ ਹੈ 9.02 ਕਿਲੋਮੀਟਰ। ਕਨੈਕਟ ਕਰਦੀ ਹੈ ਮਨਾਲੀ ਤੇ ਲਾਹੌਲ ਸਪੀਤੀ ਵੈਲੀ ਨੂੰ। ਕੰਸਟਰਕਟ ਕੀਤਾ ਇਹਨੂੰ BRO ਨੇ, ਬਾਰਡਰ ਰੋਡ ਆਰਗੇਨਾਈਜੇਸ਼ਨ ਨੇ। Earlier the valley was cut off for about 6 months each year due to heavy snowfall, ਪਰ ਹੁਣ ਇਹ ਟਨਲ ਬਣਾਉਣ ਦੇ ਕਰਕੇ ਜਿਹੜਾ ਰਸਤਾ ਬੰਦ ਰਹਿੰਦਾ ਸੀ 6 ਮਹੀਨੇ ਉਹ ਖੁੱਲ ਚੁੱਕਿਆ ਹੈ। ਤੇ ਮੀਨ ਸੀ ਲੈਵਲ ਤੋਂ 10,000 ਫੁੱਟ ਉਚਾਈ ਦੇ ਉੱਤੇ ਆਲਟੀਟਿਊਡ ਉੱਤੇ ਇਸ ਟਨਲ ਨੂੰ ਤਿਆਰ ਕੀਤਾ ਗਿਆ। Next is sanctuaries in Gujarat, UP listed as Ramsar site. Very important question and one of the most expected question. ਇਹ question paper ਚ ਆਉਣ ਦੇ ਬਹੁਤ ਜ਼ਿਆਦਾ high chances ਨੇ। ਸੋ ਦੋ ਅਜਿਹੀਆਂ ਬਰਡ ਸੈਂਚਰੀਆਂ ਨੇ ਜਿਹੜੀਆਂ ਰਾਮਸਰ ਸਾਈਟ ਡਿਕਲੇਅਰ ਕੀਤੀਆਂ ਨੇ, ਇੱਕ ਹੈ ਗੁਜਰਾਤ ਦੀ, ਦੂਜੀ ਹੈ ਉੱਤਰ ਪ੍ਰਦੇਸ਼ ਦੀ। ਸੋ ਪਹਿਲਾਂ ਆਪਾਂ ਗੱਲ ਕਰਾਂਗੇ ਗੁਜਰਾਤ ਵਾਲੀ ਦੀ। ਖਿਜਾਦੀਆ ਬਰਡ ਸੈਂਚਰੀ ਰਾਮਸਰ ਸਾਈਟ ਨੰਬਰ 2464 ਗੁਜਰਾਤ ਵਿੱਚ ਲੋਕੇਟਡ ਹੈ। ਇੱਕ ਫਰੈਸ਼ ਵਾਟਰ ਵੈਟਲੈਂਡ ਹੈ ਜਿਹੜਾ ਗਲਫ ਆਫ ਕੱਚ ਕੋਸਟ ਦੇ ਬਿਲਕੁਲ ਨੇੜੇ ਲੋਕੇਟਡ ਹੈ। ਖਿਜਾਡੀਆ has become 4th wetland of ਗੁਜਰਾਤ। ਸੋ ਗੁਜਰਾਤ ਦਾ ਇਹ ਚੌਥਾ ਵੈਟਲੈਂਡ ਹੈ ਜਿਹਨੂੰ ਰਾਮਸਰ ਟੈਗ ਮਿਲਿਆ ਹੈ। ਇਹ ਵੀ ਇੰਪੋਰਟੈਂਟ ਫੈਕਟ ਤੁਸੀਂ ਯਾਦ ਰੱਖਣਾ ਹੈ। ਸੈਂਚਰੀ ਸੈਂਟਰਲ ਏਸ਼ੀਅਨ ਫਲਾਈਵੇ ਦਾ ਪਾਰਟ ਹੈ। The sanctuary is now part of Marine National Park Jamnagar, first marine national park in the country. So ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਪਹਿਲਾ marine national park ਦੇਸ਼ ਦਾ ਕਿੱਥੇ ਹੈ। So that is in Jamnagar ਤੇ ਇਹ ਸੈਂਚਰੀ ਉਹਦਾ ਵੀ ਪਾਰਟ ਹੈ। ਨੈਕਸਟ ਹੈ ਬਖੀਰਾ ਵਾਈਲਡ ਲਾਈਫ ਸੈਂਚਰੀ। ਸੋ ਇੱਕ ਸੀ ਬਰਡ ਸੈਂਚਰੀ, ਦੂਜੀ ਹੈ ਵਾਈਲਡ ਲਾਈਫ ਜਿਨ੍ਹਾਂ ਨੂੰ ਰਾਮਸਰ ਸਾਈਟ ਦਾ ਟੈਗ ਮਿਲਿਆ। ਇਹਨੂੰ ਮਿਲਿਆ 2465 ਸਾਈਟ ਨੰਬਰ। ਫਰੈਸ਼ ਵਾਟਰ ਮਾਰਸ਼ ਹੈ। ਸੰਤ ਕਬੀਰ ਨਗਰ ਡਿਸਟ੍ਰਿਕਟ ਵਿੱਚ is the largest natural floodplain westland of eastern UP। ਇਹ ਜਿਹੜੇ ਕੁਝ ਇੰਪੋਰਟੈਂਟ ਲਾਰਜੈਸਟ ਲੌਂਗੈਸਟ ਇਸ ਤਰ੍ਹਾਂ ਦੇ ਫੈਕਟਸ ਹੁੰਦੇ ਨੇ, ਇਹ ਤੁਸੀਂ ਅਲੱਗ ਤੋਂ ਦਿਮਾਗ 'ਚ ਰੱਖਣੇ ਆ। ਇਹ ਸੈਂਚਰੀ 1980 ਚ ਸਟੈਬਲਿਸ਼ ਕੀਤੀ ਗਈ ਸੀ ਤੇ ਇਹਨੂੰ ਪ੍ਰੋਟੈਕਸ਼ਨ ਮਿਲੀ ਅੰਡਰ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972। ਇਹਨੂੰ ਇਕੋ ਸੈਂਸਿਟਿਵ ਜ਼ੋਨ ਵੀ ਡਿਕਲੇਅਰ ਕੀਤਾ ਗਿਆ।
ਨੈਕਸਟ ਕਮ ਅਨਦਰ ਇੰਪੋਰਟੈਂਟ, ਇੱਕ ਆਪਾਂ ਨੇ ਪਹਿਲਾਂ ਪਿੱਛੇ ਕੀਤਾ ਹੈ ਸਨ ਟੈਂਪਲ ਕੋਨਾਰਕ ਦਾ, ਜਿਹਨੂੰ ਹੁਣ ਪੂਰੀ ਤਰ੍ਹਾਂ ਸੋਲਰ એનર્ਜੀ ਦੇ ਨਾਲ ਚਲਾਇਆ ਜਾਊਗਾ। ਹੁਣ ਦੂਜਾ ਇੰਪੋਰਟੈਂਟ ਟੈਂਪਲ, ਇਹ ਕੁਝ ਕੁਐਸਚਨ ਨੇ ਜਿਹੜੇ ਇੰਡੀਅਨ ਆਰਟ ਐਂਡ ਕਲਚਰ ਦਾ ਵੀ ਇੰਪੋਰਟੈਂਟ ਪਾਰਟ ਨੇ। ਜਦੋਂ ਵੀ ਤੁਸੀਂ ਦੇਖਦੇ ਹੋ ਕਿ ਚਾਹੇ ਸਬ ਇੰਸਪੈਕਟਰ ਦਾ ਜਿਵੇਂ ਪੇਪਰ ਹੁੰਦਾ, ਜਦੋਂ ਕੋਈ ਸੈਂਟਰਲ ਅਥਾਰਟੀ ਕੁਐਸਚਨ ਪੇਪਰ ਪਾਉਂਦੀ ਹੈ, ਕੰਡਕਟ ਕਰਦੀ ਹੈ ਐਗਜ਼ਾਮ, ਤਾਂ ਇੰਡੀਅਨ ਆਰਟ ਐਂਡ ਕਲਚਰ ਚੋਂ ਵੀ ਜ਼ਰੂਰ ਪੇਪਰ ਪਾਉਂਦੀ ਹੈ। ਸੋ ਜਿਹੜੇ ਸਟੂਡੈਂਟ ਸਬ ਇੰਸਪੈਕਟਰ ਦੀ ਤਿਆਰੀ ਕਰ ਰਹੇ ਨੇ ਉਹ ਵੀ ਇਸ ਤਰ੍ਹਾਂ ਦੇ ਫੈਕਟਸ, ਇਸ ਤਰ੍ਹਾਂ ਦੇ ਕਰੰਟ ਅਫੇਅਰ ਬੇਸਡ ਕੁਐਸਚਨ ਜ਼ਰੂਰ ਧਿਆਨ ਦੇ ਨਾਲ ਕਰਿਆ ਕਰਨ। ਸੋ ਇਹ ਹੈ ਹੋਇਸਾਲਾ ਟੈਂਪਲ ਕਰਨਾਟਕਾ ਦੇ ਵਿੱਚ। ਇੰਡੀਆ ਨੇ ਫਾਈਨਲਾਈਜ਼ ਕੀਤਾ ਹੈ ਕਿ ਇਸ ਵਾਰ ਹੋਇਸਾਲਾ ਟੈਂਪਲ ਜੋ ਕਰਨਾਟਕਾ ਵਿੱਚ ਨੇ ਉਹਨਾਂ ਨੂੰ ਸਾਲ 2022 ਦੇ ਲਈ ਵਰਲਡ ਹੈਰੀਟੇਜ ਸਾਈਟ ਲਈ ਨੋਮੀਨੇਸ਼ਨ ਭੇਜਣਗੇ। ਸੋ ਹਰ ਸਾਲ ਇੰਡੀਆ ਕੁਝ ਨਾ ਕੁਝ ਜਗ੍ਹਾ ਨੂੰ ਵਰਲਡ ਹੈਰੀਟੇਜ ਸਾਈਟ ਦੇ ਲਿਸਟ ਲਈ ਨੋਮੀਨੇਟ ਕਰਦੀ ਹੈ, ਤੇ ਇਸ ਵਾਰ ਕੀਤਾ ਹੈ 22-23 ਦੇ ਲਈ ਹੋਇਸਾਲਾ ਟੈਂਪਲ ਜੋ ਕਰਨਾਟਕਾ ਵਿੱਚ ਨੇ। ਹੋਇਸਾਲਾ ਟੈਂਪਲ ਇਨ ਬੈਲੂਰ and Halebeedu in Hassan district and Somnathpur in Mysore district have been nominated. They were finalized, ਇਹਨਾਂ ਨੂੰ finalize ਕਿਹਨੇ ਕੀਤਾ ਹੈ? Union Ministry of Culture ਤੇ ਨਾਲ Archaeological Survey of India ਨੇ। ਸੋ ਹੁਣ ਆਪਾਂ ਕੁਝ ਇੰਪੋਰਟੈਂਟ ਫੈਕਟਸ ਦੇਖ ਲੈਂਦੇ ਆ। ਜਿਹੜੇ ਹੋਇਸਾਲਾ ਟੈਂਪਲ ਸੀ ਬੈਲੂਰ, ਹੈਲਬਿਟ, ਸੋਮਨਾਥਪੁਰ, ਇਹ ਤਿੰਨ ਜਗ੍ਹਾ ਦੇ ਉੱਤੇ ਇਹਨਾਂ ਨੂੰ ਬਿਲਡ ਕੀਤਾ 12-13 ਸੈਂਚੁਰੀ ਦੇ ਅਰਾਊਂਡ। ਜਿਹੜੇ ਇਹ ਮਾਸਟਰਪੀਸ ਨੇ ਇਹ ਉਸ ਸਮੇਂ ਦੇ ਜਿਹੜੇ ਹੋਇਸਾਲਾ ਆਰਟਿਸਟ ਸੀਗੇ ਉਹਨਾਂ ਦੀ ਕ੍ਰੀਏਟੀਵਿਟੀ, ਸਕਿੱਲ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਦਰਸਾਉਂਦੇ ਨੇ। ਇਹ ਹੋਇਸਾਲਾ ਆਰਕੀਟੈਕਚਰ ਹੈ ਜਿਹੜਾ, ਇਹ ਇਹੋ ਜਿਹਾ ਬਿਲਡਿੰਗ ਸਟਾਈਲ ਹੈ ਜਿਹੜਾ 11 ਤੋਂ ਲੈ ਕੇ 14 ਸੈਂਚੁਰੀ ਦੇ ਅਰਾਊਂਡ ਹੋਇਸਾਲਾ ਇੰਪਾਇਰ ਦਾ ਜਦੋਂ ਰੂਲ ਚੱਲਦਾ ਸੀ, ਉਹਨਾਂ ਦਾ ਕਿੰਗਡਮ ਸੀ, ਉਸ ਸਮੇਂ ਅਪਣਾਇਆ ਜਾਂਦਾ ਸੀ। Hoysala temples include Chennakeseva temple in Belur, Hoysalwara temple, Halebeedu, so नाम ने केशव temple at Somnathpur, so ਤੁਸੀਂ याद रखना है ਇਹ temples ਦੇ ਅੰਦਰ ਤਿੰਨ temple ਆਉਂਦੇ ਨੇ। There are several other examples of this craftsmanship. The Hoysala architectural style reveals a negligible Indo-Aryan influence. ਇਹ ਜਿਹੜਾ ਆਰਕੀਟੈਕਚਰ ਸਟਾਈਲ ਹੈ ਇਹਦੇ ਉੱਤੇ ਇੰਡੋ ਆਰੀਅਨ ਦਾ ਕੋਈ ਵੀ ਅਸਰ ਨਹੀਂ ਹੈ, ਨਾ ਦੇ ਬਰਾਬਰ ਅਸਰ ਹੈ, ਤੇ ਇਹਨਾਂ ਦੇ ਜ਼ਿਆਦਾ ਅਸਰ ਹੈ ਸਦਰਨ ਇੰਡੀਅਨ ਸਟਾਈਲ ਦਾ। ਹੋਇਸਾਲਾ ਟੈਂਪਲਸ ਆਰ ਪ੍ਰੋਟੈਕਟਡ ਮੋਨੂਮੈਂਟਸ, ਇਹਨਾਂ ਨੂੰ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਨੇ ਪ੍ਰੋਟੈਕਟਡ ਮੋਨੂਮੈਂਟਸ ਡਿਕਲੇਅਰ ਕੀਤਾ ਹੋਇਆ ਹੈ। ਜਿਹੜੀ ਇਹਨਾਂ ਦੀ ਕੰਜ਼ਰਵੇਸ਼ਨ ਹੈ, ਇਹਨਾਂ ਨੂੰ ਸਹੀ ਤਰੀਕੇ ਨਾਲ ਪ੍ਰੋਟੈਕਟ ਕਰਕੇ ਰੱਖਿਆ ਜਾ ਰਿਹਾ ਹੈ, ਟਾਈਮ ਟੂ ਟਾਈਮ ਮੇਨਟੇਨੈਂਸ ਹੋ ਰਹੀ ਹੈ, ਉਹ ਵੀ ਆਰਕੀਓਲੋਜੀਕਲ ਸਰਵੇ ਡਿਪਾਰਟਮੈਂਟ ਦੇ ਦੁਆਰਾ ਹੋ ਰਹੀ ਹੈ। ਨਾਲ ਕਰਨਾਟਕਾ ਸਟੇਟ ਗਵਰਨਮੈਂਟ ਵੀ ਇਹਨਾਂ ਮੋਨੂਮੈਂਟਸ ਨੂੰ ਸਟੇਟ ਲੈਵਲ ਦੀ ਅਲੱਗ ਤੋਂ ਪ੍ਰੋਟੈਕਸ਼ਨ ਦੇ ਰਿਹਾ। ਸੋ ਹੁਣ ਆਪਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਜਿਹੜੀ ਇੰਪੋਰਟੈਂਟ ਆਰਗੇਨਾਈਜੇਸ਼ਨ ਹੈ ਇਹਦੇ ਬਾਰੇ ਵੀ ਕੁਝ ਇੰਪੋਰਟੈਂਟ ਫੈਕਟਸ ਦੇਖ ਲੈਂਦੇ ਆ। This is the premium organization for archaeological research and protection. ਦੇਸ਼ ਦੇ ਅੰਦਰ ਜੋ ਵੀ ਕਲਚਰਲ ਹੈਰੀਟੇਜ ਨਾਲ ਰਿਲੇਟਡ ਚੀਜ਼ਾਂ ਨੇ ਉਹਨਾਂ ਦੀ ਜੇ ਕੋਈ ਪ੍ਰੋਪਰ ਰਿਸਰਚ ਪ੍ਰੋਟੈਕਸ਼ਨ ਕਰਨੀ ਹੈ ਤਾਂ ਇਹੀ ਆਰਗੇਨਾਈਜੇਸ਼ਨ ਕਰਦੀ ਹੈ। ਇਹਦੇ ਹੈੱਡਕੁਆਰਟਰਸ ਕਿੱਥੇ ਨੇ? ਨਿਊ ਦਿੱਲੀ। ਇਹਨੂੰ ਐਸਟੈਬਲਿਸ਼ ਕੀਤਾ ਸੀ 1861 ਅਲੈਗਜ਼ੈਂਡਰ ਕਨਿੰਗਨਮ ਨੇ। ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ। ਤੇ ਇਹਦੇ ਜਿਹੜੇ ਫੰਕਸ਼ਨਸ ਨੇ ਉਹ ਕਲਚਰਲ ਮਿਨਿਸਟਰੀ ਦੇ ਅੰਦਰ ਆਉਂਦੇ ਨੇ। ਇਟ ਆਲਸੋ ਰੈਗੂਲੇਟ ਆਰਕੀਓਲੋਜੀਕਲ ਸਰਵੇ ਆਫ ਇੰਡੀਆ, ਇੱਕ ਐਕਟ ਨੂੰ ਵੀ ਰੈਗੂਲੇਟ ਕਰਦੀ ਹੈ ਤੇ ਉਹ ਐਕਟ ਹੈ ਐਂਟੀਕੁਇਟੀਜ਼ ਐਂਡ ਆਰਟ ਟ੍ਰੈਜਰ ਐਕਟ 1972। ਨੈਕਸਟ ਹੈ ਇੰਡੋਨੇਸ਼ੀਆ। ਨੈਕਸਟ ਜਿਹੜੀ ਪਲੇਸ ਨਿਊਜ਼ ਵਿੱਚ ਰਹੀ ਉਹ ਸੀ ਇੰਡੋਨੇਸ਼ੀਆ। ਇੰਡੋਨੇਸ਼ੀਆ ਨੇ ਆਪਣੀ ਨਵੀਂ ਕੈਪੀਟਲ ਦਾ ਨਾਮ ਅਨਾਉਂਸ ਕੀਤਾ ਹੈ ਨੂਸਾਂਤਰਾ। ਪਹਿਲਾ ਕੈਪੀਟਲ ਕਿੱਥੇ ਸੀ? ਜਕਾਰਤਾ। ਸੋ ਇੰਡੋਨੇਸ਼ੀਆ ਨੇ ਡਿਸਾਈਡ ਕੀਤਾ ਹੈ ਕਿ ਉਹ ਇੰਡੋਨੇਸ਼ੀਆ ਦੇਸ਼ ਦੀ ਜਿਹੜੀ ਕੈਪੀਟਲ ਹੈ ਉਹਨੂੰ ਜਕਾਰਤਾ ਤੋਂ ਇੱਕ ਜੰਗਲ ਏਰੀਆ ਜਿਹੜਾ ਬੋਰਨੀਓ ਆਈਲੈਂਡ ਉੱਤੇ ਹੈ ਉੱਥੇ ਸ਼ਿਫਟ ਕਰਨਗੇ। ਤੇ ਜਿਹੜੀ ਨਵੀਂ ਕੈਪੀਟਲ ਹੈ ਉਹਦਾ ਨਾਮ ਰਹੂਗਾ ਨੂਸਾਂਤਰਾ। ਨੂਸਾਂਤਰਾ ਦਾ ਜੈਵਨੀਜ਼ ਲੈਂਗੁਏਜ ਦੇ ਵਿੱਚ ਮੀਨਿੰਗ ਹੈ ਆਰਕੀਪਿਲੇਗੋ। ਸੋ ਇਹ ਆਈਲੈਂਡ ਦੇ ਨਾਲ ਰਿਲੇਟਡ ਟਰਮ ਹੈ ਆਰਕੀਪਿਲੇਗੋ। ਨਵੀਂ ਕੈਪੀਟਲ ਹੈ ਜਿਹੜੀ Kalimantan is a jungle covered area on the east of Borneo Island. So ਇਹਦੀ ਲੋਕੇਸ਼ਨ ਕਿੱਥੇ ਹੈ? It is situated in the center of Indonesia. ਇੰਡੋਨੇਸ਼ੀਆ ਦੇ ਬਿਲਕੁਲ ਸੈਂਟਰ ਵਿੱਚ ਹੈ। ਤੇ ਜਿਹੜਾ ਇਹ ਏਰੀਆ ਉਰੇ ਸਭ ਤੋਂ ਘੱਟ ਨੈਚੁਰਲ ਡਿਜ਼ਾਸਟਰ ਹੁੰਦੇ ਨੇ। One of the areas least prone to natural disaster. The new capital has a central function, symbol of identity of nation as well as economic gravity. ਜਕਾਰਤਾ ਹੁਣ ਬਹੁਤ ਜ਼ਿਆਦਾ ਕਰਾਊਡਡ ਪਲੇਸ ਹੋ ਗਿਆ, ਜਿਹੜੀ ਉਹਨਾਂ ਦੀ ਪਹਿਲਾਂ ਦੀ ਕੈਪੀਟਲ ਹੈ ਪੋਲਿਊਟਡ ਹੈ। ਸੋ ਉਰੇ ਜਿਹੜੀ ਗਰਾਊਂਡ ਵਾਟਰ ਹੈ ਉਹਦੀ ਬਹੁਤ ਜ਼ਿਆਦਾ ਓਵਰ ਐਕਸਟ੍ਰੈਕਸ਼ਨ ਹੋ ਰਹੀ ਹੈ,
ਇਸੇ ਲਈ ਜਕਾਰਤਾ ਕੈਪੀਟਲ ਨੂੰ ਦੁਬਾਰਾ ਤੋਂ ਠੀਕ ਕਰਨ ਦੇ ਲਈ ਉੱਥੇ ਜਿਹੜੀਆਂ ਮੇਨ ਪ੍ਰੋਬਲਮਸ ਉਤਪਨ ਹੋ ਰਹੀਆਂ ਨੇ ਉਹਨਾਂ ਨੂੰ ਘਟਾਉਣ ਦੇ ਲਈ ਉਹਦੇ ਉੱਤੇ ਜਿਹੜਾ ਲੋਡ ਹੈ ਬਰਡਨ ਹੈ ਉਸ ਜਗ੍ਹਾ ਦੇ ਉੱਤੇ ਪੋਲਿਊਸ਼ਨ ਦਾ ਹੋ ਗਿਆ ਹੋਰ ਸੋਸ਼ਲ ਇਸ਼ੂਜ਼ ਦਾ ਉਹਨੂੰ ਓਵਰਕਮ ਕਰਨ ਦੇ ਲਈ ਇਹ ਡਿਸੀਜਨ ਲਿਆ ਗਿਆ ਹੈ ਕਿ ਜਕਾਰਤਾ ਤੋਂ ਕੈਪੀਟਲ ਨੂੰ ਨਵੀਂ ਜਗ੍ਹਾ ਤੇ ਸ਼ਿਫਟ ਕੀਤਾ ਜਾਊਗਾ ਕਿਉਂਕਿ ਆਪਾਂ ਨੂੰ ਪਤਾ ਹੈ ਜਿਹੜੀ ਵੀ ਕੈਪੀਟਲ ਸਿਟੀ ਹੁੰਦੀ ਹੈ ਉਹਦੇ ਉੱਥੇ ਜਿਹੜਾ ਮੇਨ ਇੰਡਸਟਰੀ ਸੈਕਟਰ ਜ਼ਿਆਦਾ ਹੁੰਦਾ ਉੱਥੇ ਐਡਮਿਨਿਸਟ੍ਰੇਟਿਵ ਡਿਪਾਰਟਮੈਂਟ ਜ਼ਿਆਦਾ ਹੁੰਦੇ ਨੇ ਸੋ ਕਿਤੇ ਨਾ ਕਿਤੇ ਲੋਕ ਜਦੋਂ ਜਕਾਰਤਾ ਤੋਂ ਮਾਈਗ੍ਰੇਟ ਕਰਨਗੇ ਸ਼ਿਫਟ ਕਰਨਗੇ ਨਵੀਂ ਜਗ੍ਹਾ ਤੇ ਤਾਂ ਜਕਾਰਤਾ ਉੱਤੇ ਜਿਹੜਾ ਬਰਡਨ ਹੈ ਉਹ ਘਟ ਜਾਊਗਾ ਨੈਕਸਟ ਸੰਕਲਪ ਸਮਾਰਕ ਡੈਡੀਕੇਟਡ ਟੂ ਦ ਨੇਸ਼ਨ ਬਾय ਸਿਨਸੈਨ ਕਮਾਂਡਰ ਇਨ ਚੀਫ ਆਫ ਅੰਡੇਮਾਨ ਐਂਡ ਨਿਕੋਬਾਰ ਕਮਾਂਡ ਸਿਨਸੈਨ ਇਹਨਾਂ ਨੇ ਇਨੋਗਰੇਟ ਕੀਤਾ ਇੱਕ ਸਮਾਰਕ ਸੰਕਲਪ ਸਮਾਰਕ ਤੇ ਪਲੇਸ ਕਿਹੜੀ ਹੈ ਜੋ ਨਿਊਜ਼ ਵਿੱਚ ਰਹੀ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਸੰਕਲਪ ਸਮਾਰਕ ਕੀ ਹੈ ਸੰਕਲਪ ਸਮਾਰਕ ਇੱਕ ਅਜਿਹਾ ਮੋਨੂਮੈਂਟ ਹੈ ਜਿਹੜਾ ਨੇਤਾਜੀ ਸੁਭਾਸ਼ ਚੰਦਰ ਬੋਸ ਨੂੰ ਡੈਡੀਕੇਟ ਕਰਨ ਦੇ ਲਈ ਤਿਆਰ ਕੀਤਾ ਗਿਆ It is a tribute not only to resolve the soldier of Indian National Army and their innumerable sacrifice, but also remind us of the values enshrined by Netaji himself. So, कुछ important historical perspective तो भी जो exam के लिए fact जरूरी ने. Number 1, नेताजी सुभाष चंद्र बोस 23rd January 1897 ਨੂੰ ਇਹਨਾਂ ਦਾ ਜਨਮ ਹੋਇਆ 18th August 1945 died one of the most celebrated freedom fighters of India 1942 ਵਿੱਚ ਇਹਨਾਂ ਨੂੰ ਨੇਤਾ ਜੀ ਦਾ ਟਾਈਟਲ ਮਿਲਿਆ ਜਰਮਨੀ ਦੇ ਵਿੱਚ ਤੇ ਇਹ ਟਾਈਟਲ ਦਿੱਤਾ ਭਾਰਤੀ ਸੋਲਜਰਸ ਨੇ ਜਿਹੜੇ ਆਜ਼ਾਦ ਹਿੰਦ ਫੌਜ ਨੂੰ ਬਿਲੋਂਗ ਕਰਦੇ ਸੀ ਬੋਸ is credited with very famous slogan ਇੱਕ ਬਹੁਤ ਇੰਪੋਰਟੈਂਟ ਸਲੋਗਨ ਹੈ give me blood and I shall give you freedom as well as Jai Hind he is also credited to be the first man to call Mahatma Gandhi ਨੂੰ ਪਹਿਲੀ ਵਾਰੀ ਫਾਦਰ ਆਫ ਨੇਸ਼ਨ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਕਿਹਾ ਸੀ ਆਪਣੇ ਇੱਕ ਸਿੰਗਾਪੁਰ ਵਿੱਚ ਐਡਰੈਸ ਦੌਰਾਨ ਹੁਣ ਨੇਤਾਜੀ ਸੁਭਾਸ਼ ਚੰਦਰ ਬੋਸ ਤੇ ਅੰਡੇਮਾਨ ਐਂਡ ਨਿਕੋਬਾਰ ਆਈਲੈਂਡ ਦਾ ਕੀ ਰਿਲੇਸ਼ਨ ਹੈ ਸੋ ਜਦੋਂ ਦੂਜੀ ਵਰਲਡ ਵਾਰ ਹੋਈ 1942 ਤੋਂ 45 ਤਾਂ ਜਾਪਾਨ ਨੇ ਅੰਡੇਮਾਨ ਨਿਕੋਬਾਰ ਆਈਲੈਂਡ ਨੂੰ ਕਨਕਰ ਕਰ ਲਿਆ ਸੀ ਬ੍ਰਿਟਿਸ਼ ਤੋਂ ਤੇ ਨੇਤਾਜੀ ਤੇ ਉਹਨਾਂ ਦੀ ਆਰਮੀ ਨੂੰ ਦਿੱਤਾ ਸੀ ਆਜ਼ਾਦ ਹਿੰਦ ਫੌਜ ਨੂੰ ਨੇਤਾਜੀ ਅੰਡੇਮਾਨ ਨਿਕੋਬਾਰ ਆਈਲੈਂਡ ਆਏ 29 ਦਸੰਬਰ 1943 ਨੂੰ ਤੇ ਇਸ ਆਈਲੈਂਡ ਨੂੰ ਬ੍ਰਿਟਿਸ਼ ਰੂਲ ਤੋਂ ਆਜ਼ਾਦ ਡਿਕਲੇਅਰ ਕੀਤਾ ਇੰਡੀਆ ਨੂੰ ਚਾਹੇ ਆਜ਼ਾਦੀ 1947 ਚ ਮਿਲੀ ਪਰ ਬ੍ਰਿਟਿਸ਼ਰਸ ਤੋਂ ਅੰਡੇਮਾਨ ਨਿਕੋਬਾਰ ਆਈਲੈਂਡ ਨੂੰ ਪਹਿਲਾਂ ਹੀ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਆਜ਼ਾਦ ਕਰਵਾ ਲਿਆ ਸੀ ਇਹੀ ਮੇਨ ਰੈਲੇਵੈਂਸ ਹੈ ਜਿਹਦੇ ਕਰਕੇ ਇਹਨਾਂ ਨੂੰ ਆਨਰ ਕਰਨ ਦੇ ਲਈ ਇਹ ਜਿਹੜਾ ਸਮਾਰਕ ਹੈ ਇਹ ਉੱਥੇ ਤਿਆਰ ਕੀਤਾ ਹੈ On the next day, Netaji hoisted national flag for the first time on Indian soil at Port Blair. Very, very important fact. During his visit, he also visited the cellular jail, met freedom fighters. Before his departure, he renamed Andaman as Shaheed Martyrs Island and Nicobar as Swaraj Freedom Island. So, Andaman da naam ਇਹਨਾਂ ਨੇ ਰੱਖਿਆ ਸੀ Shaheed Island, Nicobar da Swaraj Island. Next important place है अरुणाचल अरुणाचल ਦੀ ਅਪਤਨੀ ਟੈਕਸਟਾਈਲ ਪ੍ਰੋਡਕਟ ਨੂੰ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਲੈਣ ਦੇ ਲਈ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈ an application seeking GI tag for Arunachal Pradesh Apatani textile product has been filed by a firm Apatani textile ਕੀ ਹੈ Apatani textile Apatani ਜਿਹੜੀ ਵੀਵ ਹੈ ਇਹ Apatani ਟ੍ਰਾਈਬ ਤੋਂ ਆਉਂਦੀ ਹੈ ਅਰੁਣਾਚਲ ਪ੍ਰਦੇਸ਼ ਦੀ ਜਿਹੜੀ ਜ਼ੀਰੋ ਚ ਰਹਿੰਦੀ ਹੈ जो headquarters ने lower Subansiri district de the woven fabric of this tribe is known for its geometric and zigzag pattern so a main alag to ek importance hai ek alag relevance hai jide karke alag to ek aapa keh dinde ha identity hai jide karke GI tag ਲੈਣ ਦੀ ਗੱਲ ਹੋ ਰਹੀ ਹੈ so the community weave its own textile ਇਹ ਜਿਹੜੀ tribal community ਹੈ ਆਪਣਾ ਖੁਦ ਦਾ textile weave ਕਰਦੀ ਹੈ ਅਲੱਗ-ਅਲੱਗ occasions ਦੇ ਲਈ The tribe predominantly weave shawls known as zig zero and jilan or jackets called supuntri. So jackets, then shawls, इस तरह दी चीज़ां इस धागे दे नाल बनाईयां जांदियां ने. Traditional handloom of this tribe is a type of loin loom which is also called shishin and is similar to traditional handloom of the Naishi tribe. ਹੁਣ ਇਹਨੂੰ ਕਿਹੜੀ ਚੀਜ਼ ਸਪੈਸ਼ਲ ਬਣਾਉਂਦੀ ਹੈ
ਨੰਬਰ 1 ਇੰਪੋਰਟੈਂਟ ਫੈਕਟ ਹੈ ਕਿ ਜਿਹੜੇ ਇਹ ਵੀਵ ਕੀਤਾ ਜਾਂਦਾ ਹੈ ਇਹ ਆਰਗੈਨਿਕ ਚੀਜ਼ਾਂ ਤੋਂ ਤਿਆਰ ਕੀਤਾ ਜਾਂਦਾ। The people here use different leaves and plant resources for organic dyeing the cotton yarns। ਸੋ ਆਪਣੇ ਪੁਰਾਣੇ ਟ੍ਰੈਡੀਸ਼ਨਲ ਤਰੀਕੇ ਵਿੱਚ ਹੀ ਜਿਹੜੇ ਪ੍ਰੋਡਕਟਸ ਨੇ ਆਪਾਤਨੀ ਟੈਕਸਟਾਈਲ ਦੇ ਉਹ ਤਿਆਰ ਕੀਤੇ ਜਾਂਦੇ ਨੇ ਪੱਤਿਆਂ ਤੋਂ ਪੌਦਿਆਂ ਤੋਂ। ਤੇ ਇੱਕ ਹੋਰ ਇੰਪੋਰਟੈਂਟ ਚੀਜ਼ ਹੈ ਕਿ ਜਿਹੜੇ ਵੀਵਿੰਗ ਕਰਦੀ ਹੈ ਇਹ ਸਿਰਫ ਔਰ ਸਿਰਫ ਵਿਮਨ ਕਰਦੀਆਂ ਨੇ। Only women folk are engaged in weaving। Next is Srinagar। So place is Srinagar। Srinagar ਹੁਣ part ਹੈ UNESCO ਕ੍ਰੀਏਟਿਵ ਸਿਟੀ ਨੈਟਵਰਕ ਦਾ। ਸੋ ਕਾਫੀ ਵਾਰੀ ਆਪਾਂ ਐਗਜ਼ਾਮ 'ਚ ਕੁਐਸਚਨ ਦੇਖਦੇ ਆ ਕਿ ਕਿਹੜੀਆਂ ਇੰਡੀਆ ਦੀਆਂ ਸਿਟੀਜ਼ ਨੇ ਜਿਹੜੀਆਂ ਯੂਨੈਸਕੋ ਕ੍ਰੀਏਟਿਵ ਸਿਟੀ ਨੈਟਵਰਕ ਦਾ ਹਿੱਸਾ ਨੇ। ਸੋ ਸਭ ਤੋਂ ਲੇਟੈਸਟ ਐਡ ਕੀਤੀ ਹੈ ਸ਼੍ਰੀਨਗਰ ਸਾਲ 2021 ਵਿੱਚ। ਸੋ ਯੂਨੈਸਕੋ ਨੇ ਡੈਜ਼ਿਗਨੇਟ ਕੀਤਾ ਹੈ ਸ਼੍ਰੀਨਗਰ ਨੂੰ ਐਜ਼ ਪਾਰਟ ਆਫ ਯੂਨੈਸਕੋ ਕ੍ਰੀਏਟਿਵ ਸਿਟੀ ਨੈਟਵਰਕ। ਹੋਰ ਕਿਹੜੀਆਂ ਭਾਰਤ ਦੀਆਂ ਸਿਟੀਜ਼ ਨੇ ਪਹਿਲਾਂ ਜਿਹੜੀਆਂ ਇਸ ਨੈਟਵਰਕ ਦੇ ਅੰਦਰ ਨੇ। ਸੋ ਸਭ ਤੋਂ ਪਹਿਲਾਂ ਵਾਰਾਣਸੀ ਮਿਊਜ਼ਿਕ ਦੇ ਲਈ ਐਡ ਕੀਤੀ ਸੀ, ਜੈਪੁਰ ਫੋਕ ਆਰਟ ਤੇ ਕ੍ਰਾਫਟ ਲਈ, ਚੇਨਈ ਮਿਊਜ਼ਿਕ ਲਈ, ਹਾਈਦਰਾਬਾਦ ਗੈਸਟ੍ਰੋਨੋਮੀ, ਮੁੰਬਈ ਫਿਲਮ ਲਈ। ਸੋ ਹੁਣ ਰੀਸੈਂਟਲੀ 2021 ਵਿੱਚ ਸ਼੍ਰੀਨਗਰ ਐਡ ਕੀਤੀ ਹੈ ਕ੍ਰਾਫਟ ਤੇ ਫੋਕ ਆਰਟ ਲਈ। ਸੋ ਪਹਿਲਾਂ ਇੱਕ ਹੋਰ ਸਿਟੀ ਸੀ ਜੈਪੁਰ ਜਿਹੜੀ ਕ੍ਰਾਫਟ ਤੇ ਫੋਕ ਆਰਟ ਲਈ ਸੀ। ਸੋ ਹੁਣ ਰੀਸੈਂਟਲੀ ਐਡ ਕੀਤੀ ਹੈ creative city network ਦੇ ਅੰਦਰ Srinagar। Srinagar designated the creative city in the field of craft and folk art, only second city in India। So first you must remember is Jaipur, second is Srinagar। With this Srinagar, the capital city of Jammu and Kashmir, have entered the club of। So total पूरी दुनिया 295 cities ने इस network ਦੇ ਅੰਦਰ। So ਭਾਰਤ ਵਿੱਚੋਂ ਸਿਰਫ 6 cities ਨੇ। Every year UNESCO seek application for various cities। In India applications are India ਦੇ ਅੰਦਰ Ministry of Culture ਇਹ application UNESCO ਨੂੰ ਭੇਜਦੀ ਹੈ। New Tiger Reserve Chhattisgarh, important। So next place in news is Chhattisgarh। Recently National Tiger Conservation Authority ਨੇ designate ਕੀਤਾ ਹੈ ਇੱਕ combined area ਗੁਰੂ ਘਾਸੀਦਾਸ ਨੈਸ਼ਨਲ ਪਾਰਕ ਤੇ ਤਮੁਰ ਪਿੰਗਲਾ ਵਾਈਲਡਲਾਈਫ ਸੈਂਚੁਰੀ ਦਾ ਇਕੱਠਾ ਕੰਬਾਈਨਡ ਏਰੀਆ ਐਜ਼ ਟਾਈਗਰ ਰਿਜ਼ਰਵ। ਸੋ ਨਵੀਂ ਟਾਈਗਰ ਰਿਜ਼ਰਵ ਆ ਗਈ ਹੈ ਛੱਤੀਸਗੜ੍ਹ ਵਿੱਚ। ਜਿਹੜੀ ਇਹ ਨਵੀਂ ਟਾਈਗਰ ਰਿਜ਼ਰਵ ਹੈ is located in the northern part of country across MP and Jharkhand। ਤੇ ਇਹ ਛੱਤੀਸਗੜ੍ਹ ਦੀ ਚੌਥੀ ਟਾਈਗਰ ਰਿਜ਼ਰਵ ਹੋਊਗੀ। ਪਹਿਲਾਂ ਤਿੰਨ ਕਿਹੜੀਆਂ ਨੇ ਉਦਾਂਤੀ ਸੀਤਾ ਨਦੀ, ਅਚਨਕਮਰ, ਇੰਦਰਾਵਤੀ। ਸੋ ਹੁਣ ਚੌਥੀ ਹੋਗੀ ਇਹ ਕੰਬਾਈਨਡ। ਅਪਰੂਵਲ ਗ੍ਰਾਂਟ ਕੀਤਾ ਹੈ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਨੇ ਅੰਡਰ ਸੈਕਸ਼ਨ 38(5) ਸਬ ਕਲੌਜ਼ 1। ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਕੀ ਹੈ। ਸੋ ਨੈਸ਼ਨਲ ਟਾਈਗਰ ਕੰਜ਼ਰਵੇਸ਼ਨ ਅਥਾਰਟੀ ਇੱਕ ਬੋਡੀ ਹੈ, ਇੱਕ ਸਟੈਚੂਟਰੀ ਬੋਡੀ ਹੈ। ਸਟੈਚੂਟਰੀ ਬੋਡੀ ਦਾ ਮਤਲਬ ਹੈ ਕਿ ਇੱਕ ਸਟੈਚਿਊਟ ਐਕਟ ਦੇ ਥਰੂ ਇਹ ਤਿਆਰ ਕੀਤੀ ਗਈ ਹੈ। ਇਹਦੇ ਕੋਲ ਟਾਈਗਰ ਕੰਜ਼ਰਵੇਸ਼ਨ ਨੂੰ ਟਾਈਗਰ ਨੂੰ ਬਚਾਉਣ ਦੇ ਲਈ ਉਹਨਾਂ ਦੀ ਪੋਪੂਲੇਸ਼ਨ ਨੂੰ ਸਟਰੈਂਥਨ ਕਰਨ ਦੇ ਲਈ ਕੁਝ ਪਾਵਰਸ ਦਿੱਤੀਆਂ ਗਈਆਂ ਨੇ, ਰਿਸਪੌਂਸਿਬਿਲਿਟੀ ਦਿੱਤੀ ਗਈ ਹੈ ਤੇ ਇਹ ਕੰਮ ਕਰਦੀ ਹੈ ਅੰਡਰ ਮਿਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਤੇ ਇਹ ਇਸਟੈਬਲਿਸ਼ ਹੋਈ ਸੀ ਸਾਲ 2005 ਵਿੱਚ। ਸੋ ਹੁਣ ਜਿਹੜੇ ਇੱਕ ਨੈਸ਼ਨਲ ਪਾਰਕ ਤੇ ਵਾਈਲਡ ਲਾਈਫ ਸੈਂਚੁਰੀਜ਼ ਨੇ ਇਹ ਆਪਾਂ ਦੇਖ ਲੈਂਦੇ ਆ ਜਿਨ੍ਹਾਂ ਨੂੰ ਇਕੱਠੇ ਕੰਬਾਈਨ ਕਰਕੇ ਟਾਈਗਰ ਰਿਜ਼ਰਵ ਬਣਾਈ ਹੈ। ਪਹਿਲਾ ਹੈ ਗੁਰੂ ਘਾਸੀਦਾਸ ਨੈਸ਼ਨਲ ਪਾਰਕ named after the Satnami reformist hero of place Guru Ghasidas is the result of carving of Chhattisgarh from MP in the year 2000। Guru Ghasidas National Park was the last known Asian cheetah in the country। ਕਿੱਥੇ located ਹੈ ਕੋਰੀਆ state of Chhattisgarh। ਮੱਧ ਪ੍ਰਦੇਸ਼ ਤੇ ਝਾਰਖੰਡ ਨੂੰ ਇਹ ਕਨੈਕਟ ਕਰਦੀ ਹੈ। Park has a constant topography and falls under tropical climate zone। Next is ਤਮੁਰ ਪਿੰਗਲਾ ਵਾਈਲਡਲਾਈਫ ਸੈਂਚੁਰੀ। ਇਹ ਛੱਤੀਸਗੜ੍ਹ ਦੀ ਸੂਰਜਪੁਰ ਜ਼ਿਲ੍ਹੇ ਵਿੱਚ ਹੈ। ਯੂਪੀ ਦੇ ਨਾਲ ਇਹਦਾ ਬਾਰਡਰ ਲੱਗਦਾ ਹੈ। ਜਿਹੜਾ ਦਾ ਨਾਮ ਪਿਆ ਉਹ ਦੋ ਹਿਲਸ ਦੇ ਕਰਕੇ ਨਾਮ ਪਿਆ ਤਮੁਲ ਤੇ ਪਿੰਗਰਾ ਨਲਾ। ਤਮੁਰ ਹਿਲ ਤੇ ਪਿੰਗਰਾ ਨਾਲਾ are considered to be the oldest and most prominent features of the century। ਨੈਕਸਟ ਹੈ 39th ਵਰਲਡ ਹੈਰੀਟੇਜ ਸਾਈਟ ਇੰਡੀਆ ਦੀ ਡਿਕਲੇਅਰ ਕਰ ਦਿੱਤੀ ਗਈ ਹੈ। ਸੋ ਇਹ ਅੱਜ ਦੇ ਇਸ ਟੌਪਿਕ ਚੋਂ ਤੀਜਾ ਆਪਣਾ ਟੈਂਪਲ ਦੇ ਨਾਲ ਰਿਲੇਟਡ ਕੁਐਸਚਨ ਨੂੰ। ਪਹਿਲਾ ਸਨ ਟੈਂਪਲ ਕੋਨਾਰਕ, ਫਿਰ ਆਪਾਂ ਨੇ ਕਰਨਾਟਕਾ ਦੇ ਹੋਇਸਾਲਾ ਟੈਂਪਲ, ਹੁਣ ਆ ਗਿਆ ਰੁਦ੍ਰੇਸ਼ਵਰ ਟੈਂਪਲ ਜਿਹਨੂੰ ਆਪਾਂ ਰਮੱਪਾ ਟੈਂਪਲ ਵੀ ਕਹਿੰਦੇ ਆ ਤੇ ਇਹ ਹੈ ਤੇਲੰਗਾਨਾ ਦਾ ਐਂਡ ਦਿਸ ਇਜ਼ ਵੈਰੀ ਇੰਪੋਰਟੈਂਟ ਕੁਐਸਚਨ।
यूनेस्को वर्ल्ड हेरिटेज लिस्ट विच इसका नाम दर्ज हो चुका है। इट वॉज द ओनली नॉमिनेशन, एक कल्ली नॉमिनेशन सी 2019 साल दे विच यूनेस्को वर्ल्ड हेरिटेज साइट टैग फॉर द ईयर 2019। सो ਇਹ ਕੰਸਟਰਕਟ ਕੀਤਾ ਸੀ 1213 AD ਵਿੱਚ। ਇਹਨੂੰ 1000 ਪਿਲਰ ਟੈਂਪਲ ਵੀ ਕਿਹਾ ਜਾਂਦਾ ਹੈ। ਇਹ ਕਾਫੀ ਇੰਪੋਰਟੈਂਟ ਫੈਕਟ ਹੈ। ਇਟ ਵਾਸ ਕੰਸਟਰਕਟਡ ਅੰਡਰ ਦ ਰੀਨ ਆਫ ਕਿਹੜਾ ਐਮਪਾਇਰ ਸੀ? ਕਾਕਾਟੀਆ, ਅ ਜਨਰਲ ਆਫ ਕਾਕਾਟੀਆ ਕਿੰਗ ਗਣਪਤੀ ਦੇਵ। ਸੋ ਗਣਪਤੀ ਦੇਵ ਉਸ ਟਾਈਮ ਦੇ ਕਿੰਗ ਸੀ ਤੇ ਇਹਨਾਂ ਦੇ ਇੱਕ ਜਨਰਲ ਸੀ ਰੇਚਾਰਲਾ ਰੁਦਰ ਕਾਕਾਟੀਆ ਇੰਪਾਇਰ ਦਾ, ਜਿਨ੍ਹਾਂ ਨੇ ਕੰਸਟਰਕਟ ਕਰਵਾਇਆ ਸੀ ਇਹ ਟੈਂਪਲ। ਦੈਨ ट्रिपल श्राइन is dedicated to Vishnu, Shiva, Surya। सो ਇਹ ਤਿੰਨ इंपॉर्टेंट गॉड ਦੇ ਨਾਮ ਨੇ ਹਿੰਦੂ ਡਾਇਟੀਜ਼ ਦੇ, ਜਿਹੜੇ ਤੁਸੀਂ ਯਾਦ ਰੱਖਣੇ ਆ, ਜਿਨ੍ਹਾਂ ਨੂੰ ਡੈਡੀਕੇਟ ਕਰਕੇ ਇਸ ਟੈਂਪਲ ਦੀ ਸ਼ਰਾਈਨ ਤਿਆਰ ਕੀਤੀ ਗਈ ਹੈ, ਇਹਨਾਂ ਦੀ ਪੂਜਾ ਹੁੰਦੀ ਹੈ। Temple stands on a 6 feet high star shaped platform। The temple was called brightest star in the galaxy of medieval temples of Deccan by European traveler। ਸੋ ਇਹ ਹੈ ਟੈਂਪਲ, ਤੁਸੀਂ ਦੇਖ ਸਕਦੇ ਹੋ। ਇਹ ਨੀਚੇ ਸਟਾਰ ਸ਼ੇਪ ਦਾ ਜਿਹੜਾ ਇੰਪੋਰਟੈਂਟ ਬੇਸ ਹੈ ਜਿਹਦੇ ਉੱਤੇ ਟੈਂਪਲ ਤਿਆਰ ਕੀਤਾ ਗਿਆ ਹੈ। ਸੋ ਹੁਣ ਆਪਾਂ ਲਾਸਟ ਵਿੱਚ ਕਾਕਾਟੀਆ ਡਾਇਨੈਸਟੀ ਬਾਰੇ ਫੈਕਟ ਦੇਖ ਲੈਂਦੇ ਹਾਂ। ਕਈ ਵਾਰੀ ਕਰੰਟ ਅਫੇਅਰ ਦੇ ਵਿੱਚੋਂ ਇਸ ਤਰ੍ਹਾਂ ਦੇ ਕੁਐਸਚਨ ਵੀ ਆ ਜਾਂਦੇ ਨੇ ਜਿਹੜਾ ਆਪਾਂ ਹਿਸਟਰੀ ਦੇ ਅੰਦਰ ਤਿਆਰ ਨਹੀਂ ਕਰਦੇ, ਪਰ ਉਹ ਕਰੰਟ ਬੇਸਡ ਹੁੰਦੇ ਨੇ। ਸੋ ਆਪਣੇ ਲਈ ਉਹਨਾਂ ਦੇ ਬਾਰੇ ਸਟੈਟਿਕ ਫੈਕਟ ਇਕੱਠੇ ਕਰਨੇ ਜ਼ਰੂਰੀ ਨੇ। ਕਾਕਾਟੀਆਸ ਆਂਧਰਾ ਦੀ ਡਾਇਨੈਸਟੀ ਹੈ ਜਿਹਨੇ ਫਲਰਿਸ਼ ਕੀਤਾ 12 ਸੈਂਚੁਰੀ CE ਦੇ ਵਿੱਚ। ਕਾਕਾਟੀਆ ਡਾਇਨੈਸਟੀ ਰੂਲਡ ਫਰਮ ਵਾਰੰਗਲ ਤੇਲੰਗਾਨਾ ਫਰਮ CE 1083 to 1323। ਇਹਨਾਂ ਨੂੰ ਇਰੀਗੇਸ਼ਨ ਦੇ ਟੈਂਕਸ, drinking water ਦੇ ਲਈ ਟੈਂਕਸ ਕੰਸਟਰਕਟ ਕਰਨ ਦੇ ਲਈ ਜਾਣਿਆ ਜਾਂਦਾ ਸੀ। that is under restoration by Telangana government under mission Kakatiya। hundreds of Hindu temples were built under the patronage of Kakatiya kings such as Ganpati Dev, Rudrama Devi, then Pratparudra of Kakatiya dynasty। ਇੱਕ important fact ਜੋ ਐਗਜ਼ਾਮ ਦੇ ਲਈ ਜ਼ਰੂਰੀ ਹੈ, ਜਿਹੜਾ ਗੋਲਕੋਂਡਾ ਫੋਰਟ ਹੈ ਹੈਦਰਾਬਾਦ ਦਾ, ਉਹਨੂੰ ਵੀ ਕਾਕਾਟੀਆ ਰੂਲਰਸ ਨੇ ਕੰਸਟਰਕਟ ਕਰਵਾਇਆ ਸੀ। So this was all about our today's lecture on important places in news। I hope you liked the video. Keep supporting Victor's Knowledge। Thank you and good luck।